ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੀਸਰੀ ਦਾਸੀ ਦੇ ਸਮੇਂ ਸੰਸਾਰ ਨੂੰ ਤਾਰਨ ਵਾਸਤੇ ਜਦ ਸੰਸਾਰ ਦੇ ਵਿੱਚ ਸੰਗਤਾਂ ਦੇ ਵਿੱਚ ਵਿਚਰ ਰਹੇ ਸੀ, ਅਤੇ ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਦਾ ਜਿਹੜਾ ਸੀ ਅਚਨਚੇਤ ਸੱਚਖੰਡ ਵੱਲੋਂ ਸੁਨੇਹਾ ਆ ਗਿਆ। ਜਦ ਸੁਨੇਹਾ ਆ ਗਿਆ ਅਤੇ ਬੇਬੇ ਨਾਨਕੀ ਜੀ ਆਪ ਅੱਖਾਂ ਮੀਟ ਕੇ ਆਪਣੀ ਸੁਰਤ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ। ਜਦ ਪਹੁੰਚੇ ਤਾਂ ਇਹਨਾਂ ਨੇ ਫਿਰ ਅੰਤਰਾਤਮਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾਲ ਬਹੁਤ ਸਾਰੀਆਂ ਡੂੰਘੀਆਂ ਵਿਚਾਰਾਂ ਕੀਤੀਆਂ। ਜਦ ਵਿਚਾਰਾਂ ਕੀਤੀਆਂ ਅਤੇ ਗੁਰੂ ਸਾਹਿਬ ਜੀ ਨੇ ਆਖਿਆ ਕਿ ਜਦੋਂ ਤੁਹਾਡਾ ਅੰਤ ਸਮਾਂ ਆਊਗਾ ਹੈ ਨਾ, ਅਸੀਂ ਤੁਹਾਨੂੰ ਆਪ ਖੁਦ ਲੈਣ ਆਵਾਂਗੇ ਅਤੇ ਤੁਹਾਨੂੰ ਆਪ ਨਿਰੰਕਾਰ ਦਾ ਦੇਸ਼ ਦਿਖਾਵਾਂਗੇ। ਜਦ ਇਹ ਬਚਨ ਹੋਇਆ ਸੀ ਤਾਂ ਫਿਰ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਬਹੁਤ ਪ੍ਰਸੰਨ ਹੋਏ ਸੀਗੇ। ਅਤੇ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੰਤਰਾਤਮੇ ਬਾਬਾ ਸ਼੍ਰੀ ਚੰਦ ਜੀ ਨੂੰ ਇਹ ਆਦੇਸ਼ ਦਿੱਤਾ ਕਿ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਦਾ ਅੰਤਮ ਸਮਾਂ ਆ ਰਿਹਾ ਹੈਗਾ, ਇਸ ਕਰਕੇ ਤੁਸੀਂ ਹੈ ਨਾ ਸੁਲਤਾਨਪੁਰ ਸਾਹਿਬ ਪਹੁੰਚੋ। ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਫਿਰ ਸੁਲਤਾਨਪੁਰ ਸਾਹਿਬ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਦੇ ਪਾਸ ਜਿਹੜੇ ਸੀਗੇ ਉਹ ਅਚਨਚੇਤ ਪਹੁੰਚ ਗਏ ਸੀਗੇ। ਅਤੇ ਉਹਨਾਂ ਦਾ ਆਉਣਾ ਸੁਣ ਕੇ ਜਿੱਥੇ ਭਾਈਆ ਜੈ ਰਾਮ ਜੀ ਅਤੇ ਬੇਬੇ ਨਾਨਕ ਜੀ ਅਤ ਪ੍ਰਸੰਨ ਹੋਏ, ਅਤੇ ਉੱਥੇ ਸੁਲਤਾਨਪੁਰ ਨਗਰ ਦੇ ਜਿੰਨੇ ਵੀ ਹੋਰ ਲੋਕੀ ਸੀ ਜਿਹੜੇ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਤੀ ਅਥਾਹ ਸ਼ਰਧਾ ਰੱਖਦੇ ਸੀ, ਉਹਨਾਂ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਸੀ। ਅਤੇ ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਜਿਹੜੇ ਸੀਗੇ ਫਿਰ ਕੁਝ ਸਮੇਂ ਬਾਅਦ ਫਿਰ ਸੱਚਖੰਡ ਇੱਥੋਂ ਪਧਾਰ ਗਏ ਸੀ। ਅਤੇ ਇਹਨਾਂ ਦੀ ਜਿਹੜੀ ਅੰਤਮ ਰਸਮ ਕਰਿਆ ਸੀ ਉਹ ਬਾਬਾ ਸ਼੍ਰੀ ਚੰਦ ਜੀ ਨੇ ਜਿਹੜੀ ਸੀ ਉਹ ਆਪ ਬੜੀ ਖੂਬੀ ਨਾਲ ਨਿਭਾਈ। ਅਤੇ ਆਪ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਦਾ ਹੱਥੀਂ ਸੰਸਕਾਰ ਕੀਤਾ। ਅਤੇ ਜਥਾ ਸ਼ਕਤ ਜਿੰਨੇ ਵੀ ਹੋਰ ਦਾਨ ਪੁੰਨ ਸੀਗੇ, ਕਈ ਸਾਧੂ ਮੰਡਲੀਆਂ ਆਈਆਂ, ਉਹਨਾਂ ਨੂੰ ਕੀਤਾ ਸੀਗਾ। ਇਸ ਤਰ੍ਹਾਂ ਸੰਸਕਾਰ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਆਪ ਸੁਲਤਾਨਪੁਰ ਸਾਹਿਬ 3 ਸਾਲ ਰਹੇ ਆ। ਅਤੇ 3 ਸਾਲ ਰਹਿ ਕੇ ਅਤੇ ਸਾਰੀ ਜਿਹੜੀ ਘਰ ਦੀ ਜ਼ਿੰਮੇਵਾਰੀ ਸੀ ਹੈ ਨਾ, ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਪ ਉਠਾਈ ਸੀਗੀ। ਦੇਖੋ, ਭਾਈਆ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ ਦੇ ਮੌਤ ਦੇ ਸਦਮੇ ਤੋਂ ਬਾਅਦ ਫਿਰ ਪਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਬਹੁਤ ਉਦਾਸ ਲੈਣ ਲੱਗ ਪਏ ਸੀਗੇ ਅਤੇ ਮਨ 'ਚ ਸੋਚਦੇ ਸੀਗੇ ਕਿ ਨਾਨਕ ਕਦ ਆਏ। ਇਸ ਤੋਂ ਬਾਅਦ ਫਿਰ ਜਦੋਂ ਬਾਬਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਮੁੜ ਤਲਵੰਡੀ ਆਏ ਅਤੇ ਇਹਨਾਂ ਦੀ ਅੰਦਰਲੀ ਪੁਕਾਰ ਸਿੱਖ ਨੂੰ ਦੇਖਦੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲੇ ਅਤੇ ਮਰਦਾਨੇ ਸਮੇਤ ਅਚਨਚੇਤ ਫਿਰ ਤਲਵੰਡੀ ਪਹੁੰਚ ਗਏ ਸੀ। ਜਦ ਤਲਵੰਡੀ ਪਹੁੰਚੇ, ਤਲਵੰਡੀ ਪਹੁੰਚ ਕੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਬਾਹਰ ਬੈਠੇ ਅਤੇ ਜਾ ਕੇ ਭਾਈ ਮਰਦਾਨੇ ਜੀ ਨੂੰ ਆਖਿਆ ਕਿ ਤੁਸੀਂ ਘਰ ਚੱਲੋ ਅਤੇ ਪਰ ਸਾਡਾ ਆਉਣਾ ਕਿਸੇ ਨੂੰ ਦੱਸਣਾ ਨਹੀਂ ਹੈ। ਫਿਰ ਭਾਈ ਮਰਦਾਨਾ ਜੀ ਘਰ ਚਲੇ ਗਏ ਸੀ ਅਤੇ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ ਸੀ। ਉਸ ਤੋਂ ਬਾਅਦ ਜਦੋਂ ਮਰਦਾਨਾ ਜੀ ਫਿਰ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਕਾਲੂ ਜੀ ਨੂੰ ਜਦ ਮਿਲਣ ਗਏ ਸੀ ਅਤੇ ਇਹਨਾਂ ਦਾ ਅਚਨਚੇਤ ਆਉਣਾ ਦੇਖ ਕੇ ਅਤੇ ਪਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਅਤ ਪ੍ਰਸੰਨ ਹੋਏ ਅਤੇ ਨਾਲ ਹੀ ਪੁੱਛਣ ਲੱਗੇ ਕਿ ਨਾਨਕ ਕਿੱਥੇ ਆ। ਜਦ ਇੰਨੀ ਗੱਲ ਹੋਈ ਅਤੇ ਗੁਰੂ ਸਾਹਿਬ ਦਾ ਬਚਨ ਭਾਈ ਮਰਦਾਨੇ ਨੂੰ ਯਾਦ ਆਇਆ ਵੀ ਤੁਸੀਂ ਸਾਡਾ ਨਾਂ ਨਹੀਂ ਲੈਣਾ ਕਿ ਅਸੀਂ ਕਿੱਥੇ ਹਾਂ। ਪਰ ਫਿਰ ਮਰਦਾਨਾ ਜੀ ਨੇ ਮਾਤਾ ਪਿਤਾ ਦੀ ਬੇਵਲਤਾ ਨੂੰ ਦੇਖਦੇ ਹੋਏ ਇਹ ਆਖਿਆ ਕਿ ਨਾਨਕ ਜਦ ਅਸੀਂ ਤੁਰੇ ਹਾਂ ਉਦੋਂ ਮੇਰੇ ਨਾਲ ਸੀਗਾ, ਪਰ ਜਦੋਂ ਮੈਂ ਪਿੰਡ ਆਇਆ ਅਤੇ ਫਿਰ ਜਿਹੜਾ ਸੀਗਾ ਉਹ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਬੈਠ ਗਏ ਆ। ਜਦ ਇਹ ਇਸ਼ਾਰਾ ਬਾਬਾ ਮਰਦਾਨਾ ਜੀ ਨੇ ਪਿਤਾ ਕਾਲੂ ਜੀ ਨੂੰ ਅਤੇ ਮਾਤਾ ਤ੍ਰਿਪਤਾ ਜੀ ਨੂੰ ਦਿੱਤਾ ਸੀਗਾ, ਅਤੇ ਫਿਰ ਇਹਨਾਂ ਦੇ ਪਿਤਾ ਜੀ ਸਮਝ ਗਏ ਸੀ ਕਿ ਨਾਨਕ ਪਿੰਡੋਂ ਬਾਹਰ ਜ਼ਰੂਰ ਕਿਸੇ ਜਗ੍ਹਾ ਬੈਠਾ ਹੈਗਾ। ਪਰ ਫਿਰ ਵੀ ਭਾਈ ਮਰਦਾਨਾ ਜੀ ਨੂੰ ਨਾਲ ਲਿਜਾ ਕੇ ਅਤੇ ਜਦੋਂ ਮਾਤਾ ਤ੍ਰਿਪਤਾ ਜੀ ਕਾਲੂ ਜੀ ਉਸ ਸਥਾਨ 'ਤੇ ਪਹੁੰਚੇ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸੀਗੇ, ਅਤੇ ਇਹਨਾਂ ਨੂੰ ਦੇਖਦੇ ਸਾਰੇ ਹੀ ਜਿਹੜੇ ਸੀਗੇ ਅਤ ਪ੍ਰਸੰਨ ਹੋਏ। ਅਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਆਪਣੇ ਮਾਤਾ ਪਿਤਾ ਜੀ ਨੂੰ ਆਉਂਦਿਆਂ ਡਿੱਠਾ ਅਤੇ ਉੱਠ ਕੇ ਅਦਬ ਵਿੱਚ ਖੜ੍ਹੇ ਹੋ ਗਏ ਅਤੇ ਜਾ ਕੇ ਆਪਣੇ ਮਾਤਾ ਪਿਤਾ ਦੋਨਾਂ ਨੂੰ ਜਾ ਕੇ ਪੈਰੀ ਹੱਥ ਲਾ ਕੇ ਤਾਂ ਮੱਥਾ ਟੇਕਿਆ ਸੀਗਾ। ਜਦ ਅਦੋਂ ਮੱਥਾ ਟੇਕਿਆ ਸੀ ਤਾਂ ਫਿਰ ਬੇਬੇ ਜੀ ਨੇ ਬਾਕੀ ਹੋਰ ਜਿੰਨੀਆਂ ਵੀ ਸੰਗਤਾਂ ਨਾਲ ਆਈਆਂ ਸੀਗੀਆਂ, ਸਾਰਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਅਤ ਖੁਸ਼ੀ ਮਨਾਈ ਸੀ। ਅਤੇ ਮਾਤਾ ਤ੍ਰਿਪਤਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੁਲਾਵੇ ਵਿੱਚ ਲੈ ਕੇ ਆਪਣੇ ਦਿਲ ਦੀ ਜਿਹੜੀ ਸਾਰੀ ਬੇਵਲਤਾ ਸੀ ਹੈ ਨਾ, ਉਹ ਫਿਰ ਹੰਝੂਆਂ ਦੇ ਰੂਪ ਦੇ ਵਿੱਚ ਬਾਹਰ ਕੱਢੀ ਸੀਗੀ। ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀ ਆਪਣੇ ਘਰ ਆਏ। ਜਦ ਘਰ ਆਏ ਬਾਕੀ ਜਿਹੜਾ ਆਪਣੇ ਚਾਚਾ ਜੀ ਲਾਲ ਚੰਦ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਦੇਖ ਕੇ ਅਤ ਖੁਸ਼ੀ ਹੋਈ ਹੈ। ਇਸ ਤਰ੍ਹਾਂ ਘਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਕਰਕੇ ਸਾਰਾ ਜਿਹੜਾ ਤਲਵੰਡੀ ਦਾ ਇਲਾਕਾ ਸੀਗਾ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਸੀ। ਇਹਦਾ ਘਰ 24
ਘੰਟੇ ਤੇ 8 ਪਰ ਜਿਹੜੀਆਂ ਸੀ ਸੰਗਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਸੀਗਾ ਅਤੇ ਹਰ ਟਾਈਮ ਰੌਣਕ ਘਰ ਦੇ ਵਿੱਚ ਲੱਗੀ ਰਹਿੰਦੀ ਸੀ। ਇਸ ਤਰ੍ਹਾਂ ਕਰਦੇ ਕਰਦੇ ਜਦ 2 ਕੁ ਮਹੀਨੇ ਗੁਜ਼ਰੇ, ਉਸ ਤੋਂ ਬਾਅਦ ਫਿਰ ਸਰਾਧਾਂ ਦੇ ਦਿਨ ਸ਼ੁਰੂ ਹੋਏ ਅਤੇ ਫਿਰ ਕਾਲੂ ਜੀ ਨੇ ਆਪਣੇ ਪਿਤਾ ਸ਼ਿਵਰਾਮ ਬੇਦੀ ਜੀ ਦੇ ਨਾਂ ਦੇ ਉੱਤੇ ਜਦੋਂ ਸਰਾਧ ਕੀਤਾ ਸੀਗਾ ਅਤੇ ਬਹੁਤ ਸਾਰੇ ਪੰਡਿਤ ਬੁਲਾਏ ਸੀਗੇ ਅਤੇ ਜਦ ਇਹ ਸਰਾਧ ਦੀ ਸਮਾਪਤੀ ਹੋਈ ਅਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਜੀ ਨੂੰ ਆਖਿਆ ਕਿ ਤੁਸੀਂ ਸਰਾਧ ਦੇ ਉੱਤੇ ਇੰਨਾ ਖਰਚਾ ਕੀਤਾ ਅਤੇ ਆਲੇ ਦੁਆਲੇ ਜਿੰਨੇ ਵੀ ਪੰਡਿਤ ਲੋਕੀ ਸੀ ਸਾਰਿਆਂ ਨੂੰ ਸਰਾਧ ਦਾ ਸੱਦਾ ਦੇ ਕੇ ਅਤੇ ਸਾਰਿਆਂ ਨੂੰ ਤੁਸੀਂ ਬਹੁਤ ਅੰਨ ਪਾਣੀ ਛਕਾਇਆ, ਇਹ ਤੁਸੀਂ ਕਿਉਂ ਕੀਤਾ ਹੈਗਾ? ਅਤੇ ਫਿਰ ਪਿਤਾ ਕਾਲੂ ਜੀ ਨੇ ਆਖਿਆ ਸੀਗਾ ਕਿ ਬੇਟਾ ਮੈਂ ਇਸ ਕਰਕੇ ਕੀਤਾ ਹੈ ਕਿ ਸਾਡੇ ਜਿਹੜੇ ਪਿੱਤਰ ਵਾਹਨ ਉਹ ਜੇ ਇਸ ਜਗ੍ਹਾ ਰਹਿੰਦੇ ਆਪਣੇ ਲੋਕ ਦੇ ਵਿੱਚ, ਉਹਨਾਂ ਨੂੰ ਇਹ ਅੰਨ ਪਾਣੀ ਪਹੁੰਚ ਸਕੇ ਅਤੇ ਉਹ ਤ੍ਰਿਪਤ ਹੋ ਸਕਣ। ਜਦ ਇੰਨੀ ਗੱਲ ਹੋਈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੱਸ ਪਏ, ਕਹਿਣ ਲੱਗੇ ਕਿ ਪਿਤਾ ਜੀ ਪਿੱਤਰਾਂ ਨੂੰ ਤ੍ਰਿਪਤ ਕਰਨ ਦੀ ਕੀ ਲੋੜ ਆ, ਉਹ ਤਾਂ ਪਹਿਲਾਂ ਹੀ ਤ੍ਰਿਪਤ ਹੈਗੇ ਆ। ਜਦ ਇੰਨੀ ਗੱਲ ਹੋਈ ਆ ਤਾਂ ਪਿਤਾ ਕਾਲੂ ਜੀ ਬਾਬੇ ਨਾਨਕ ਵੱਲ ਬੜੀ ਹੈਰਾਨੀ ਨਾਲ ਦੇਖਣ ਲੱਗੇ, ਮਨ 'ਚ ਸੋਚਣ ਲੱਗੇ ਕਿ ਇਹਨੂੰ ਜਿੰਨੇ ਵੀ ਲੋਕ ਨਾਨਕ ਨਿਰੰਕਾਰੀ ਕਹਿੰਦੇ ਆ, ਪਰ ਮੈਨੂੰ ਤਾਂ ਇਹ ਆਪਣਾ ਮੇਰਾ ਪੁੱਤਰ ਹੀ ਪਾਸਦਾ ਹੈਗਾ, ਪਰ ਇਹ ਕਹਿ ਰਿਹਾ ਹੈਗਾ ਵੀ ਜਿੰਨੇ ਵੀ ਪਿੱਤਰ ਵਾ ਸਾਡੇ ਬਾਬੇ ਦਾਦੇ ਸਾਰੇ ਜੋ ਵੀ ਆ ਉਹ ਸਾਰੇ ਹੀ ਪਹਿਲਾਂ ਤ੍ਰਿਪਤ ਹੋ ਚੁੱਕੇ ਆ। ਇਹਦਾ ਮਤਲਬ ਇਹ ਆ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੇ ਪਿੱਤਰ ਆ ਉਹਨਾਂ ਨੂੰ ਦੇਖਿਆ ਹੋਵੇਗਾ। ਪਰ ਮਨ ਦਾ ਇਹ ਪ੍ਰਸ਼ਨ ਜਦੋਂ ਬਾਬਾ ਕਾਲੂ ਜੀ ਨੇ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੇ ਰੱਖਿਆ ਕਿ ਕੀ ਤੁਸੀਂ ਜਿਹੜੇ ਤ੍ਰਿਪਤ ਹੈਗੇ ਆ, ਇਹ ਕਹਿ ਰਹੇ ਆ ਕਿ ਜਿੰਨੇ ਵੀ ਪਿੱਤਰ ਤ੍ਰਿਪਤ ਹੋ ਚੁੱਕੇ ਆ, ਇਹਨਾਂ ਪਿੱਤਰਾਂ ਨੂੰ ਤੁਸੀਂ ਦੇਖਿਆ ਹੈਗਾ? ਅਤੇ ਅਗਰ ਤੁਸੀਂ ਦੇਖਿਆ ਹੈਗਾ ਤਾਂ ਫਿਰ ਮੈਨੂੰ ਵੀ ਦਿਖਾ ਲਓ, ਬਿਨਾਂ ਦੇਖਣ ਤੋਂ ਮੈਂ ਕਿਵੇਂ ਯਕੀਨ ਕਰਾਂ ਕਿ ਪਿੱਤਰ ਤ੍ਰਿਪਤ ਹੋ ਚੁੱਕੇ ਆ। ਜਦ ਇੰਨੀ ਗੱਲ ਹੋਈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਠੀਕ ਆ ਪਿਤਾ ਜੀ, ਅਗਰ ਤੁਸੀਂ ਦੇਖਣੇ ਆ ਤਾਂ ਜਿਵੇਂ ਤੁਹਾਡੀ ਇੱਛਾ ਹੈਗੀ ਆ। ਇੰਨੀ ਕਹਿਣ ਦੀ ਢੇਰ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਦੇ ਉੱਤੇ ਮਿਹਰ ਦੀ ਨਜ਼ਰ ਕੀਤੀ ਅਤੇ ਜਿਵੇਂ ਦਸਤਗੀਰ ਦੇ ਲੜਕੇ ਨੂੰ ਇੱਕ ਛਿਣ ਦੇ ਵਿੱਚ ਲੱਖਾਂ ਕਸ਼ ਅਤੇ ਲੱਖਾਂ ਪਤਾਲ ਦਿਖਾਤੇ, ਇਸ ਤਰ੍ਹਾਂ ਪਿਤਾ ਬਾਬਾ ਕਾਲੂ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਪਿੱਤਰ ਲੋਕ ਦੇ ਵਿੱਚ ਜਿੱਥੇ ਪਿੱਤਰ ਜਿਹੜੇ ਸੀ ਬੜੇ ਆਨੰਦ 'ਚ ਰਹਿੰਦੇ ਸੀਗੇ, ਉਹਨਾਂ ਦੇ ਨਾਲ ਜਦ ਅੰਤਰਾਤਮੇ ਕਰਕੇ ਮਿਲਾਤਾ ਅਤੇ ਬਸ ਫੇਰ ਕੀ ਸੀ, ਸਾਰੇ ਪਿੱਤਰ ਹੋਰ ਨਗਰ ਦੇ ਜਿੰਨੇ ਵੀ ਲੋਕੀ ਸੀਗੇ ਉਹ ਸਾਰੇ ਹੀ ਉਸ ਪਿੱਤਰ ਲੋਕ ਦੇ ਵਿੱਚ ਅਥਾਹ ਖੁਸ਼ੀਆਂ ਅਤੇ ਮੌਜਾਂ ਮਨਾ ਰਹੇ ਸੀ ਅਤੇ ਸਾਰੇ ਦੌੜ ਕੇ ਬਾਬਾ ਕਾਲੂ ਜੀ ਨੂੰ ਜਾ ਕੇ ਆ ਮਿਲੇ ਤਾਂ ਸਾਰਿਆਂ ਨੇ ਬਾਬਾ ਕਾਲੂ ਜੀ ਦਾ ਜਿਹੜਾ ਸੀਗਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਔਰ ਇਹ ਆਖਿਆ ਕਿ ਤੇਰੇ ਘਰ ਦੇ ਅੰਦਰ ਜਦੋਂ ਨਿਰੰਕਾਰ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰੂਪ ਲੈ ਕੇ ਆਪਣਾ ਸੰਸਾਰ ਨੂੰ ਤਾਰਨ ਵਾਸਤੇ ਇਹ ਮਨੁੱਖਾ ਜਾਮਾ ਧਾਰਨ ਕੀਤਾ ਹੈਗਾ, ਤਦ ਤੱਕ ਸਾਡੀਆਂ ਇੱਧਰ ਮੌਜਾਂ ਹੀ ਮੌਜਾਂ ਹੈਗੀਆਂ ਅਤੇ ਸਾਡੀ ਸਾਰੇ ਪਾਸੇ ਜੈ ਜੈਕਾਰ ਹੈ। ਅਤੇ ਜਾਂ ਇਹ ਦ੍ਰਿਸ਼ ਮਹਿਤਾ ਕਾਲੂ ਜੀ ਨੇ ਜਦ ਅੱਖੀਂ ਦੇਖਿਆ ਸੀਗਾ ਅਤੇ ਬੜੇ ਹੈਰਾਨ ਹੋਏ ਸੀ। ਪਰ ਸਾਰੇ ਆਖਣ ਕਿ ਧੰਨ ਤੂੰ ਆ, ਧੰਨ ਮਾਤਾ ਤ੍ਰਿਪਤਾ ਜੀ ਆ, ਜਿਨ੍ਹਾਂ ਦੇ ਗ੍ਰਹਿ ਵਿਖੇ ਆਪ ਨਿਰੰਕਾਰ ਨੇ ਨਾਨਕ ਰੂਪ ਧਾਰਿਆ ਹੈਗਾ ਅਤੇ ਸੰਸਾਰ ਨੂੰ ਤਾਰਨ ਵਾਸਤੇ ਕਲਯੁੱਗ ਦੇ ਵਿੱਚ ਲੋਕਾਂ ਦੇ ਭਲੇ ਵਾਸਤੇ ਇੱਕ ਬਹੁਤ ਵੱਡਾ ਅਵਤਾਰ ਦੇ ਰੂਪ ਦੇ ਵਿੱਚ ਪੇਸ਼ ਹੋ ਕੇ ਲੋਕਾਂ ਦੇ ਦੁੱਖ ਸੁੱਖ ਜਿੰਨੇ ਵੀ ਆ ਸਾਰਿਆਂ ਨੂੰ ਹਰਨ ਕੀਤਾ ਹੈਗਾ ਅਤੇ ਉਹਨਾਂ ਨੂੰ ਅਸਲੀ ਸੱਚ ਦਾ ਰਾਹ ਦਿਖਾਇਆ ਹੈਗਾ। ਜਦ ਇਸ ਤਰ੍ਹਾਂ ਦੇ ਪਿੱਤਰਾਂ ਨੇ ਮਹਿਤਾ ਕਾਲੂ ਜੀ ਦੇ ਨਾਲ ਕਈ ਘੰਟੇ ਜਿਹੜੇ ਸੀ ਲਗਾਤਾਰ ਵਾਰਤਾ ਕੀਤੀ ਤਾਂ ਫਿਰ ਮਹਿਤਾ ਕਾਲੂ ਜੀ ਦਾ ਜਿਹੜਾ ਹਿਰਦਾ ਸੀਗਾ ਖਿਲ ਉੱਠਿਆ, ਸਾਰੇ ਸੰਸ਼ੇ ਭਰਮ ਦੂਰ ਹੋ ਗਏ ਕਿ ਮੈਂ ਤਾਂ ਨਾਨਕ ਨੂੰ ਆਪਣਾ ਪੁੱਤਰ ਹੀ ਸਮਝਦਾ ਰਿਹਾ, ਪਰ ਅਸਲ ਦੇ ਵਿੱਚ ਮੈਨੂੰ ਹੁਣ ਪਤਾ ਲੱਗਾ ਹੈਗਾ ਕਿ ਨਾਨਕ ਆਪ ਖੁਦਾ ਹੈ। ਜਦ ਇਹ ਵਿਚਾਰ ਮਹਿਤਾ ਕਾਲੂ ਦੇ ਮਨ 'ਚ ਆਇਆ ਅਤੇ ਅਚਨਚੇਤ ਸੁਰਤ ਜਦ ਪਿੱਛੇ ਨੂੰ ਮੁੜੀ ਤਾਂ ਕੀ ਦੇਖਿਆ, ਉਸੇ ਤਲਵੰਡੀ ਉਸੇ ਘਰ ਵਿੱਚ ਮਾਤਾ ਕਾਲੂ ਜੀ ਜਿਹੜੇ ਸੀ ਉਹ ਬੈਠੇ ਹੋਏ ਆ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਮਣੇ ਉਹਨਾਂ ਦੇ ਬੈਠੇ ਮੁਸਕਰਾ ਰਹੇ ਆ। ਜਦ ਮਾਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਫਿਰ ਇਸੇ ਹੀ ਦੁਨੀਆ ਦੇ ਵਿੱਚ ਦੇਖਿਆ ਅਤੇ ਫਿਰ ਮਨ ਦੇ ਵਿੱਚ ਜਿਹੜਾ ਸੀਗਾ ਇਹ ਚਾਅ ਉੱਠਿਆ ਕਿ ਮੈਂ ਜਿਸ ਨੂੰ ਪੁੱਤਰ ਸਮਝਦਾ ਰਿਹਾ ਉਹ ਆਪ ਨਿਰੰਕਾਰ ਆ। ਅਤੇ ਉੱਠ ਕੇ ਮਾਤਾ ਕਾਲੂ ਜੀ ਨੇ ਆਪ ਆਪਣੇ ਪੁੱਤਰ ਨੂੰ ਜਦ ਨਮਸਕਾਰ ਕਰਨ ਚਾਹੀ ਤਾਂ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਾ ਕਾਲੂ ਜੀ ਦੇ ਆਪ ਹੱਥ ਫੜ ਲਏ ਅਤੇ ਕਹਿਣ ਲੱਗੇ ਇਹ ਜੋ ਸੰਸਾਰ ਦੇ ਰਿਸ਼ਤੇ ਆ ਇਹ ਇਸ ਤਰ੍ਹਾਂ ਹੀ ਰਹਿਣਗੇ। ਹਾਂ, ਜੋ ਰਿਸ਼ਤਾ ਤੁਸੀਂ ਦੇਖਿਆ ਹੈਗਾ ਉਹ ਰਿਸ਼ਤਾ ਸਦਾ ਵਾਸਤੇ ਅਵਿਨਾਸੀ ਹੈਗਾ ਅਤੇ ਇਹ ਸੰਸਾਰ ਜੋ ਰਿਸ਼ਤਾ ਪਿਤਾ ਪੁੱਤਰ ਦਾ ਹੈਗਾ ਇਹ ਵੀ ਇਸੇ ਤਰ੍ਹਾਂ ਹੀ ਇਸ ਸੰਸਾਰ ਦੇ ਵਿੱਚ ਬਣਿਆ ਰਹੇਗਾ। ਉਸ ਤੋਂ ਬਾਅਦ ਦੇਖੋ ਬਾਬਾ ਕਾਲੂ ਜੀ ਦੇ ਮਨ ਦੇ ਸਾਰੇ ਸੰਸ਼ੇ ਭਰਮ ਦੂਰ ਹੋ ਗਏ ਸੀਗੇ ਅਤੇ ਫਿਰ ਬਾਬਾ ਕਾਲੂ ਜੀ ਨੇ ਆਖਿਆ ਕਿ ਹੁਣ ਮੈਨੂੰ ਇੱਥੋਂ ਤੱਕ ਭਰੋਸਾ ਹੋ ਗਿਆ ਹੈ ਕਿ ਜਦੋਂ ਮੈਂ ਇਸ ਸੰਸਾਰ ਤੋਂ ਜਾਵਾਂ ਅਤੇ ਤੁਸੀਂ ਮੇਰੀ ਅਰਥੀ ਨੂੰ ਮੋਢਾ ਦੇਣ ਤੋਂ ਬਗੈਰ ਨਹੀਂ ਜਾਣਾ। ਉਸ ਤੋਂ ਬਾਅਦ ਦੇਖੋ ਜਦ ਅੱਸੂ ਦਾ ਮਹੀਨਾ ਆਇਆ ਸੀ ਅਤੇ ਅੱਸੂ ਦੇ ਮਹੀਨੇ ਦੇ ਵਿੱਚ ਫਿਰ ਅਚਨਚੇਤ ਮਹਿਤਾ ਕਾਲੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਿਆ
ਕਿ ਮੈਨੂੰ ਕੋਈ ਦੇਵਤੇ ਆਏ ਆ, ਉਹ ਆ ਕੇ ਹੈ ਨਾ ਮੈਨੂੰ ਫੁੱਲਾਂ ਦਾ ਹਾਰ ਦੇ ਗਏ ਅਤੇ ਉਹ ਫੁੱਲ ਅਜੇ ਤੱਕ ਮੁਰਝਾਏ ਨਹੀਂ। ਜਦ ਇਹ ਦ੍ਰਿਸ਼ ਮਹਿਤਾ ਕਾਲੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੱਸਿਆ ਸੀ ਅਤੇ ਗੁਰੂ ਜੀ ਕਹਿਣ ਲੱਗੇ ਕਿ ਹੁਣ ਤੁਹਾਡੇ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈਗਾ। ਉਹ ਦੇਸ਼ ਜਿਹੜਾ ਨਿਰੰਕਾਰ ਦਾ ਦੇਸ਼ ਹੈਗਾ ਅਤੇ ਉਹ ਅਬਿਨਾਸੀ ਦੇਸ਼ ਬੇਗਮਪੁਰਾ ਸ਼ਹਿਰ ਕੋ ਨਾਮ, ਉੱਥੇ ਸਦਾ ਵਾਸਤੇ ਆਪ ਜੀ ਦਾ ਅਟਲ ਜੀਵਨ ਰਹੇਗਾ। ਆਪ ਦੀ ਜੈ ਜੈਕਾਰ ਇਸ ਸੰਸਾਰ ਦੇ ਵਿੱਚ ਵੀ ਹੁੰਦੀ ਰਹੇਗੀ ਅਤੇ ਉੱਥੇ ਵੀ ਹੁੰਦੀ ਰਹੇਗੀ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਬਾਬਾ ਕਾਲੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਿਆ ਕਿ ਸਾਡਾ ਜੋ ਪਿਤਾ ਅਤੇ ਪੁੱਤਰ ਦਾ ਪਿਆਰ ਇਸ ਦੁਨੀਆ ਵਿੱਚ ਆ, ਮੈਂ ਚਾਹੁੰਦਾ ਵੀ ਇਹੋ ਜਿਹਾ ਜਿਹੜਾ ਪਿਆਰ ਹੈਗਾ ਉਹ ਸੱਚਖੰਡ ਵਿੱਚ ਵੀ ਬਣਿਆ ਰਹੇ। ਜਦ ਇਹ ਬਚਨ ਜਿਹੜਾ ਸੀਗਾ ਪਿਤਾ ਕਾਲੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਕੀਤਾ ਸੀ ਅਤੇ ਗੁਰੂ ਸਾਹਿਬ ਨੇ ਆਖਿਆ ਸੀ, ਹਾਂ ਪਿਤਾ ਜੀ, ਜਿਵੇਂ ਆਪ ਦੀ ਖੁਸ਼ੀ ਹੈ ਮੈਂ ਉਸੇ ਤਰ੍ਹਾਂ ਹੀ ਆਪ ਜੀ ਦੇ ਨਾਲ ਰਹਾਂਗੇ। ਉਸ ਤੋਂ ਬਾਅਦ ਫਿਰ ਬਾਬਾ ਕਾਲੂ ਜੀ ਨੇ ਆਪਣਾ ਸਰੀਰ ਤਿਆਗ ਗਿਆ ਸੀਗਾ। ਜਦ ਸਰੀਰ ਤਿਆਗ ਗਿਆ ਸੀਗਾ ਅਤੇ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਬਾਬਾ ਕਾਲੂ ਜੀ ਦੀ ਅਰਥੀ ਨੂੰ ਮੋਢਾ ਦੇ ਕੇ ਅਤੇ ਫਿਰ ਆਪ ਹੱਥੀਂ ਉਹਨਾਂ ਦਾ ਸੰਸਕਾਰ ਕੀਤਾ ਸੀਗਾ। ਸੰਸਕਾਰ ਕਰਨ ਤੋਂ ਬਾਅਦ ਫਿਰ ਜਿੰਨੇ ਵੀ ਜਿਹੜੇ ਹੋਰ ਲੱਖਾਂ ਦੁਨੀਆ ਇਸ ਸੰਸਕਾਰ ਦੇ ਉੱਤੇ ਪਹੁੰਚੀ ਸੀ, ਸਭ ਨੂੰ ਬਹੁਤ ਜ਼ਿਆਦਾ ਪੁੰਨਦਾਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤਾ ਸੀਗਾ ਅਤੇ ਸਾਰੀਆਂ ਜਿਹੜੀਆਂ ਰੀਤੀ ਰਿਵਾਜਾਂ ਸੀਗੀਆਂ ਸੰਸਕਾਰ ਕਰਨ ਤੋਂ ਬਾਅਦ ਉਹ ਬਾਬੇ ਨਾਨਕ ਨੇ ਜਿਹੜੀਆਂ ਸੀ ਸਾਰੀਆਂ ਨਿਭਾਈਆਂ ਸੀਗੀਆਂ। ਇਸ ਤਰ੍ਹਾਂ ਇਹ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਫਿਰ ਮਾਤਾ ਤ੍ਰਿਪਤਾ ਜੀ ਦੀ ਦੇਖਭਾਲ ਵਾਸਤੇ, ਕਿਉਂਕਿ ਹੋਰ ਕੋਈ ਨਹੀਂ ਸੀਗਾ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀਗਾ ਕਿ ਮਾਤਾ ਜੀ ਜਦ ਤੱਕ ਤੁਸੀਂ ਇਸ ਸੰਸਾਰ ਵਿੱਚ ਰਹੋਗੇ ਮੈਂ ਤਦ ਤੱਕ ਆਪ ਜੀ ਦੀ ਸੇਵਾ ਕਰੂੰਗਾ, ਕਿਉਂਕਿ ਉਹ ਮੈਨੂੰ ਗਿਲਾ ਹੈਗਾ ਕਿ ਨਿਰੰਕਾਰ ਦੇ ਹੁਕਮ ਹੁੰਦਿਆਂ ਵੀ ਸਰੀਰਕ ਤੌਰ 'ਤੇ ਮੈਂ ਆਪ ਦੀ ਸੇਵਾ ਨਹੀਂ ਕਰ ਸਕਿਆ। ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅੰਤ ਸਮੇਂ ਜਿਹੜੇ ਸੀਗੇ ਉਹ ਇੱਕੋ ਹੀ ਕਮਰੇ ਦੇ ਵਿੱਚ ਬੈਠ ਕੇ ਕਈ ਘੰਟੇ ਜਿਹੜੇ ਸੀਗੇ ਆਪਸ ਵਿੱਚ ਮਾਂ ਪੁੱਤ ਦੇ ਪਿਆਰ ਦੀ ਤਰ੍ਹਾਂ ਗੱਲਾਂ ਕਰਦੇ ਰਹਿੰਦੇ ਸੀ। ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਗੱਲਾਂ ਸੁਣ ਕੇ ਮਾਤਾ ਤ੍ਰਿਪਤਾ ਜੀ ਦਾ ਹਿਰਦਾ ਠੰਡਾ ਠਾਰ ਰਹਿੰਦਾ ਸੀਗਾ ਅਤੇ ਆਪ ਆਪਣੇ ਪਿੱਤਰ ਦੇ ਪਿਆਰ ਦੇ ਵਿੱਚ ਮਾਤਾ ਤ੍ਰਿਪਤਾ ਜੀ ਕਈ ਘੰਟੇ ਜਿਹੜੇ ਆਨੰਦ ਪਈ ਰਹਿੰਦੇ ਸੀਗੇ। ਫਿਰ ਜਦ ਇਸ ਤਰ੍ਹਾਂ ਇਹ ਸਮਾਂ ਬੀਤਿਆ ਸੀਗਾ, ਫਿਰ ਉਸ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਤਾ ਤ੍ਰਿਪਤਾ ਜੀ ਨੂੰ ਫਿਰ ਆਪ ਗਿਆਨ ਦਾ ਉਪਦੇਸ਼ ਦਿੱਤਾ ਸੀਗਾ, ਨਾਮ ਬਾਣੀ ਜਪਣ ਦਾ ਸਮਝਾਇਆ ਸੀਗਾ। ਉਸ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਮਿਹਰ ਦੇ ਅਨੁਸਾਰ ਮਾਤਾ ਤ੍ਰਿਪਤਾ ਜੀ ਦੀ ਐਸੀ ਸਮਾਧੀ ਲੱਗੀ ਸੀਗੀ, ਇਸ ਸਮਾਧੀ ਦੇ ਵਿੱਚ ਫਿਰ ਮਾਤਾ ਤ੍ਰਿਪਤਾ ਜੀ ਨੂੰ ਪੂਰਨ ਗਿਆਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰਾਇਆ ਸੀਗਾ ਅਤੇ ਆਪਣਾ ਰੂਪ ਦਿਖਾਇਆ ਸੀਗਾ ਕਿ ਉਹ ਆਪ ਨਰੈਣ ਕਲਾ ਧਰ ਜਗ ਮੇ ਪਰਵਰਿਓ, ਨਿਰੰਕਾਰ ਅਜ ਆਕਾਰ ਜੋਤ ਜਗ ਮੰਡਲ ਕਰਿਓ। ਇਸ ਤਰ੍ਹਾਂ ਜਦ ਸਾਰਾ ਸਰੂਪ ਦਿਖਾ ਲਿਆ ਅਤੇ ਉਸ ਤੋਂ ਬਾਅਦ ਫਿਰ ਮਾਤਾ ਤ੍ਰਿਪਤਾ ਜੀ ਨੇ ਇਸੇ ਹੀ ਸਰੂਪ ਵਿੱਚ ਜਾਣ ਦੀ ਇੱਛਾ ਪ੍ਰਗਟੀ ਕੀਤੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਸੱਚਖੰਡ ਜਾਣ ਦੀ ਜਿਹੜੀ ਸੀਗੀ ਇਹ ਆਪਣੀ ਜੋ ਇੱਛਾ ਸੀਗੀ ਬੜੀ ਪ੍ਰਸੰਨਤਾ ਦੇ ਨਾਲ ਦਿੱਤੀ ਆ। ਅਤੇ ਫਿਰ ਮਾਤਾ ਤ੍ਰਿਪਤਾ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੋਦ ਦੇ ਵਿੱਚ ਹੀ ਆਪਣਾ ਜਿਹੜਾ ਸੀ ਪੰਜ ਭੌਤਿਕ ਸਰੀਰ ਤਿਆਗ ਗਿਆ ਸੀਗਾ। ਅਤੇ ਜਦੋਂ ਮਾਤਾ ਤ੍ਰਿਪਤਾ ਜੀ ਦਾ ਸਰੀਰ ਜਿਹੜਾ ਸੀਗਾ ਉਹ ਇਸ ਦੇਹੀ ਤੋਂ ਸੱਚਖੰਡ ਚਲਾ ਗਿਆ ਸੀਗਾ ਅੰਤਰਾਤਮੇ ਕਰਕੇ, ਅਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਤਾ ਤ੍ਰਿਪਤਾ ਜੀ ਦਾ ਇਸ ਅਕਾਲ ਚਲਾਣੇ ਨੂੰ ਫਿਰ ਆਪਣੇ ਚਾਚਾ ਲਾਲ ਚੰਦ ਜੀ ਨੂੰ ਜਾ ਕੇ ਖਬਰ ਦਿੱਤੀ। ਫਿਰ ਸਾਰਾ ਪਰਿਵਾਰ ਇਕੱਠਾ ਹੋਇਆ ਅਤੇ ਹੋਰ ਜਿਹੜੇ ਸੀ ਅਨੇਕਾਂ ਰਿਸ਼ਤੇਦਾਰ ਜਿਹੜੇ ਸੀ ਇਸ ਸਮੇਂ ਪਹੁੰਚੇ ਸੀਗੇ ਅਤੇ ਸੁਲਤਾਨਪੁਰ ਤੋਂ ਹੋਰ ਵੀ ਜਿੰਨੇ ਵੀ ਜਿਹੜੇ ਸੀਗੇ ਉਹ ਸਾਰੇ ਨੂੰ ਖਬਰ ਦਿੱਤੀ ਗਈ ਸੀ। ਫਿਰ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਮਾਤਾ ਤ੍ਰਿਪਤਾ ਜੀ ਦਾ ਜਿਹੜਾ ਅੰਤਿਮ ਸੰਸਕਾਰ ਸੀ ਉਹ ਕੀਤਾ ਸੀਗਾ ਅਤੇ ਇਹ ਸੰਸਕਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਹੱਥੀਂ ਜਿਹੜਾ ਉਹ ਕੀਤਾ ਸੀਗਾ। ਇਸ ਸੰਸਕਾਰ ਕਰਨ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਆਪ ਜਿਹੜੇ ਸੀਗੇ ਫਿਰ ਸੰਸਾਰ ਦੇ ਭਲੇ ਵਾਸਤੇ ਫਿਰ ਅਗਲੀ ਦਾਸੀ ਵਾਸਤੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਫਿਰ ਅਗਲੀ ਯਾਤਰਾ ਨੂੰ ਚੱਲ ਪਏ ਸੀਗੇ। ਜਦ ਅਗਲੀ ਯਾਤਰਾ ਨੂੰ ਚੱਲੇ ਸੀਗੇ ਅਤੇ ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਉਹਨਾਂ ਸਮਿਆਂ ਦੇ ਵਿੱਚ ਬਾਠ ਰਹਿੰਦੇ ਸੀਗੇ। ਜਦ ਬਾਠ ਰਹਿੰਦੇ ਸੀਗੇ ਅਤੇ ਉਹਨਾਂ ਨੂੰ ਵੀ ਜਿਹੜੀ ਇਹ ਖਬਰ ਲੱਗ ਚੁੱਕੀ ਸੀਗੀ, ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਫਿਰ ਆਪ ਇੱਥੇ ਤਲਵੰਡੀ ਆਏ ਸੀਗੇ ਅਤੇ ਤਲਵੰਡੀ ਆ ਕੇ ਅਤੇ ਬਾਕੀ ਜਿੰਨਾ ਵੀ ਜਿਹੜਾ ਹੋਰ ਕਾਗਜ਼ ਪੱਤਰ ਜਾਂ ਜੋ ਵੀ ਘਰ ਦੀ ਜ਼ਿੰਮੇਵਾਰੀ ਸੀ ਬਾਬਾ ਸ਼੍ਰੀ ਚੰਦ ਜੀ ਨੇ ਆਪ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਾਚਾ ਜੀ ਲਾਲ ਚੰਦ ਜੀ ਨੂੰ ਦਿੱਤੀ ਸੀ। ਆਪ ਜਿਹੜੇ ਸੀ ਵਾਪਸ ਫਿਰ ਸੰਗਤਾਂ ਦੇ ਕਹਿਣ ਦੇ ਉੱਤੇ ਫਿਰ ਆਪ ਦੁਬਾਰਾ ਬਾਠ ਚਲੇ ਗਏ ਸੀ। ਜਦ ਬਾਠ ਗਏ ਸੀ ਇੱਕ ਦਿਨ ਕੀ ਹੋਇਆ, ਬਾਬਾ ਸ਼੍ਰੀ ਚੰਦ ਜੀ ਅਚਨਚੇਤ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਬਹੁਤ ਜ਼ਿਆਦਾ ਖੁੱਭੇ ਸੀ ਔਰ ਇੰਨੀ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਯਾਦ ਜਿਹੜੀ ਸੀ ਬਾਬਾ ਸ਼੍ਰੀ ਚੰਦ ਜੀ ਦੇ ਅੰਦਰ ਆਈ ਕਿ ਉਸ ਟਾਈਮ ਜਦ ਅੰਤਰਾਤਮੀ ਸੁਰਤ ਜਿਹੜੀ ਸੀਗੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਮਨ ਆਤਮ ਅਤੇ ਚਿੱਤ ਕਰਕੇ ਜੁੜੀ ਤਾਂ ਕੀ ਦੇਖਿਆ, ਇੱਕ ਬਹੁਤ ਹੀ ਸੁੰਦਰ ਦ੍ਰਿਸ਼ ਆ। ਉਸ ਦ੍ਰਿਸ਼ ਦੇ ਵਿੱਚ ਆਪ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਤੱਕਿਆ ਅਤੇ ਕੀ ਦੇਖਿਆ ਕਿ
ਕਰੋੜਾਂ ਖੰਡ ਬ੍ਰਹਿਮੰਡ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਰਿਕਰਮਾ ਕਰ ਰਹੇ ਆ। ਅਸੰਖਾਂ ਬਾਜੇ ਵੱਜ ਰਹੇ ਆ ਅਤੇ 33 ਕਰੋੜ ਦੇਵੀ ਦੇਵਤਾ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੱਥੇ ਟੇਕ ਟੇਕ ਕੇ ਉਸਤਤ ਕਰ ਰਹੇ ਆ। ਅਤੇ ਜਦ ਇਹ ਸਾਰੇ ਉਸਤਤ ਕਰ ਰਹੇ, ਇਸ ਦੇ ਨਾਲ ਹੀ ਜਿੰਨੇ ਰਿਸ਼ੀ ਮੁਨੀ ਹੋਰ ਪੀਰ ਔਲੀਏ ਜੋ ਵੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੈ ਜੈਕਾਰ ਜਿਹੜੇ ਕਰ ਰਹੇ ਆ ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਬਤ ਦੇਖ ਕੇ ਮੁਸਕਰਾ ਰਹੇ ਆ। ਜਾਂ ਇਹ ਦ੍ਰਿਸ਼ ਬਾਬਾ ਸ਼੍ਰੀ ਚੰਦ ਜੀ ਨੇ ਆਪ ਸੁਪਨੇ ਵਿੱਚ ਤੱਕਿਆ ਸੀਗਾ ਅਤੇ ਇਸ ਦ੍ਰਿਸ਼ ਨੂੰ ਦੇਖ ਕੇ ਜਦ ਇਹਨਾਂ ਦੀ ਜਿਹੜੀ ਸੀ ਸੁਰਤ ਵਾਪਸ ਆਈ ਸੀ ਅਤੇ ਇਹਨਾਂ ਨੇ ਇਸ ਦ੍ਰਿਸ਼ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਦੇ ਵਿੱਚ ਚਾਂਘਾਂ ਮਾਰੀਆਂ ਸੀਗੀਆਂ ਅਤੇ ਆਪ ਨਿਰੰਕਾਰ ਆਕਾਰ ਰੂਪ ਹੋ ਕੇ ਸੰਸਾਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਜਿਹੜੇ ਆ ਬਾਬਾ ਸ਼੍ਰੀ ਚੰਦ ਜੀ ਦੇ ਪਿਤਾ ਦੇ ਵਿੱਚ ਆਏ ਆ। ਅਤੇ ਬਾਬਾ ਸ਼੍ਰੀ ਚੰਦ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੁੱਤਰ ਹੋਣ ਦਾ ਮਾਣ ਜੋ ਮਿਲਿਆ ਹੈਗਾ ਉਸ ਨਿਰੰਕਾਰ ਵੱਲੋਂ, ਇਸ ਮਾਣ ਨੂੰ ਬਾਬਾ ਸ਼੍ਰੀ ਚੰਦ ਜੀ ਆਪਣੇ ਦਿਲ ਦੇ ਵਿੱਚ ਹੀ ਵੇਖ ਕੇ ਪ੍ਰਸੰਨ ਹੋ ਰਹੇ ਸੀ। ਅਤੇ ਇਸੇ ਖੁਸ਼ੀ ਵਿੱਚ ਫਿਰ ਬਾਬਾ ਸ਼੍ਰੀ ਚੰਦ ਨੇ ਇੱਕ ਕਵਿਤ ਲਿਖਿਆ ਸੀਗਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸਤਤ ਦੇ ਵਿੱਚ। ਇਸ ਕਵਿਤ ਨੂੰ ਆਰਤੀ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈਗਾ। ਇਹ ਕਵਿਤ ਜਿਹੜਾ ਹੈ ਨਾ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸਤਤ ਦੇ ਵਿੱਚ ਲਿਖਿਆ ਸੀਗਾ ਕਿ ਮੁੱਖ ਵਾਕ ਬਾਬਾ ਸ਼੍ਰੀ ਚੰਦ ਜੀ, ਆਰਤੀ ਕੀਜੇ ਨਾਨਕ ਸਤ ਪਾਤਸ਼ਾਹ ਕਾ, ਹਰ ਹਰ ਦੀਨ ਦੁਨੀਆ ਕੇ ਸ਼ਹਿਨ ਸ਼ਾਹ ਕਾ। ਇਹ ਜਿਹੜੀ ਹੈ ਨਾ ਜੋ ਆਰਤੀ ਜਾਂ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਆਰ ਦੇ ਵਿੱਚ ਜੋ ਉਸ ਟਾਈਮ ਇਹਨਾਂ ਦੇ ਅੰਦਰੋਂ ਫੁਰੀ ਸੀਗੀ, ਇਹ ਬੜੀ ਵੱਡੀ ਆਰਤੀ ਹੈਗੀ ਆ। ਇਹ ਆਰਤੀ ਜਿਹੜੀ ਹੈ ਇਹ ਬਾਬਾ ਸ਼੍ਰੀ ਚੰਦ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਸਤਤ ਦੇ ਵਿੱਚ ਗਾਵੀ ਸੀ। ਅਤੇ ਉਸ ਤੋਂ ਬਾਅਦ ਫਿਰ ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ ਇਹ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਆ ਉਹ ਪੋਖੋ ਕੀ ਜਿਹੜੇ ਹੈ ਉਸ ਇਲਾਕੇ ਦੇ ਵਿੱਚ ਪਹੁੰਚ ਗਏ ਆ, ਜਿਹੜਾ ਇਲਾਕਾ ਬਾਬਾ ਸ਼੍ਰੀ ਚੰਦ ਜੀ ਦਾ ਨਾਨਕੇ ਪਿੰਡ ਦਾ ਹੈਗਾ। ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਫਿਰ ਆਪ ਆਪਣੇ ਮਾਮਾ ਕਿਰਪਾਲ ਚੰਦ ਜੀ ਅਤੇ ਹੋਰ ਆਪਣੇ ਅਨੇਕਾਂ ਜਿਹੜੇ ਹਜ਼ਾਰਾਂ ਸ਼ਰਧਾਲੂ ਸੀ ਉਹਨਾਂ ਨੂੰ ਨਾਲ ਲੈ ਕੇ ਆਪਣੇ ਪਿਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਪਣੇ ਨਾਨਕੇ ਪਿੰਡ ਪੱਖੋ ਕੀ ਆਏ ਸੀਗੇ। ਇਸ ਪੱਖੋਂ ਕੀ ਆ ਕਿ ਇਹ ਜਿਹੜਾ ਆਰਤਾ ਬਾਬਾ ਸ਼੍ਰੀ ਚੰਦ ਜੀ ਦੇ ਮੁੱਖ ਦਾ ਹੈ ਨਾ, ਅਤੇ ਬਾਬਾ ਸ਼੍ਰੀ ਚੰਦ ਜੀ ਨੇ ਆਪ ਇਹ ਆਰਤਾ ਜਿਹੜਾ ਸੀਗਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਸਤਤ ਦੇ ਵਿੱਚ ਸਾਰੀਆਂ ਲੱਖਾਂ ਸੰਗਤਾਂ ਦੇ ਸਾਹਮਣੇ ਚਾਰਿਆ ਸੀਗਾ। ਅਤੇ ਉਸ ਤੋਂ ਬਾਅਦ ਫਿਰ ਬਾਬਾ ਨਾਨਕ ਜੀ ਦੀ ਜਿਹੜੀ ਸੀ ਉਹ ਜੈ ਜੈਕਾਰ ਹੋਈ ਸੀਗੀ। ਸੋ ਦਾਸ ਇੰਨੇ ਹੀ ਬਾਬਾ ਸ਼੍ਰੀ ਚੰਦ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਜੋ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।